ਵਾਹਿਗੁਰੂ ਪਾਉ ਸੁਹਾਵੇ ਜਾਂ ਤੋ ਧਿਰ ਜੁਲ ਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ, ਜਿਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਇ ਨਾ ਡਿਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਿਛਾਣਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮੇ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਸ਼ਹਿਨਸ਼ਾਹੇ ਹਰਦੋ ਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ, ਇਲਾਹੀ ਬਾਣੀ ਦਾ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ। ਇਹ ਮਹਾਨ ਗੁਰਗਿਆਨ ਪ੍ਰਕਾਸ਼ ਯਾਤਰਾ, ਜਿਸ ਦਾ ਆਗਾਜ਼ ਅੱਜ ਇਸ ਪਾਵਨ ਅਸਥਾਨ ਤੋਂ ਹੋ ਰਿਹਾ ਹੈ। ਖਾਲਸਾ ਕੌਂਸਲ ਸ੍ਰੀ ਅੰਮ੍ਰਿਤਸਰ ਸਾਹਿਬ, ਜਿਸ ਦੀ ਨੁਮਾਇੰਦਗੀ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਨੇ ਇਹ ਬੜਾ ਵੱਡਾ ਉਦਮ ਉਪਰਾਲਾ ਕੀਤਾ ਹੈ ਔਰ ਨਾਲ ਹੀ ਬਹੁਤ ਵੱਡਾ ਸਹਿਯੋਗ ਟਾਈਮ ਟੀਵੀ ਚੜ੍ਹਦੀ ਕਲਾ ਦਾ ਵੀ ਹੈ। ਆਪ ਸਭ ਸੰਗਤਾਂ ਦੇ ਸਹਿਯੋਗ ਦਾ ਸਦਕਾ ਇਹ ਮਹਾਨ ਜੋ ਯਾਤਰਾ ਪ੍ਰਾਰੰਭ ਹੋਈ ਹੈ, ਅਸਲ ਵਿੱਚ ਮਨੋਰਥ ਕੀ ਹੈ ਕਿ ਆਮ ਤੌਰ 'ਤੇ ਸੰਸਾਰ ਵਿੱਚ ਮਨੁੱਖ ਆਉਂਦਾ ਤੇ ਚਲਾ ਜਾਂਦਾ, ਬਹੁਤ ਕੀੜੇ ਮਕੌੜਿਆਂ ਦੀ ਤਰ੍ਹਾਂ ਆਏ ਔਰ ਚਲੇ ਗਏ, ਪਰ ਜਿਨ੍ਹਾਂ ਨੇ ਜਗਤ ਨੂੰ ਬਹੁਤ ਕੁਝ ਦਿੱਤਾ ਹੈ, ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦਿਆਂ ਹੋਇਆਂ, ਤਾਂ ਕਿ ਸਾਨੂੰ ਸਮਝ ਪੈ ਸਕੇ ਕਿ ਸਾਡੇ ਪੁਰਖਿਆਂ ਨੇ, ਸਾਡੇ ਵਡੇਰਿਆਂ ਨੇ ਕੀ ਕੁਝ ਕੀਤਾ ਹੈ, ਕਿੰਨੀ ਉਹਨਾਂ ਨੇ ਮਹਾਨ ਘਾਲਣਾ ਘਾਲੀ ਹੈ, ਕੀ ਜਗਤ ਨੂੰ ਦੇਣ ਦਿੱਤੀ ਹੈ, ਉਸ ਦੀ ਸਾਨੂੰ ਸਮਝ ਪੈ ਸਕੇ। ਇਸੇ ਕਰਕੇ ਮਹਾਨ ਜੋ ਸ਼ਹੀਦ ਨੇ ਜਾਂ ਜੋ ਮਹਾਨ ਵਕਤਾ ਹੋਏ ਨੇ, ਜਿਨ੍ਹਾਂ ਨੇ ਮਹਾਨ ਘਾਲਣਾ ਘਾਲੀ ਹੈ ਸੇਵਾ ਦੁਆਰਾ, ਜਿਹੜੇ ਆਪ ਜੁੜੇ ਤੇ ਦੂਜਿਆਂ ਨੂੰ ਜੋੜ ਦਿੱਤਾ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇਹ ਪ੍ਰੋਗਰਾਮ ਉਲੀਕੇ ਗਏ ਨੇ।
ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਇਹ ਯਾਤਰਾ ਪਹੁੰਚਣੀ ਹੈ। ਗੁਰੂ ਸਵਾਰਿਓ, ਸਿੱਖੀ ਅੰਦਰ ਜਿਵੇਂ ਇੱਕ ਨਦੀ ਹੈ ਨਾ, ਤੇ ਨਦੀ ਦੇ ਦੋ ਕਿਨਾਰੇ ਨੇ। ਅਗਰ ਉਹ ਨਦੀ ਉਹਨਾਂ ਦੋ ਕਿਨਾਰਿਆਂ ਦੇ ਦਰਮਿਆਨ ਵਿੱਚ ਤੁਰਦੀ ਹੈ, ਉਹ ਕਿਨਾਰਿਆਂ ਦੀ ਮਰਿਆਦਾ ਨੂੰ ਮੰਨ ਕੇ ਚੱਲਦੀ ਹੈ, ਤੇ ਉਹ ਨਦੀ ਦਾ ਪਾਣੀ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ, ਸ਼ੌ ਸਾਗਰ ਤੱਕ ਪਹੁੰਚ ਜਾਂਦਾ ਹੈ। ਮਨੁੱਖ ਵੀ ਆਇਆ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਤੇ ਇਸ ਦੀ ਮਰਿਆਦਾ ਕੀ ਹੈ, ਇਹਦੇ ਕਿਨਾਰੇ ਕੀ ਨੇ। ਜੇ ਉਸ ਮਾਲਕ ਤੱਕ ਪਹੁੰਚਣਾ ਹੈ, ਆਪਣੇ ਡੈਸਟੀਨੇਸ਼ਨ ਤੇ ਪਹੁੰਚਣਾ ਹੈ, ਤੇ ਫਿਰ ਕੁਝ ਮਰਿਆਦਾ ਹੈ ਜਿਹਦੇ ਵਿੱਚ ਚੱਲਣਾ ਪਏਗਾ। ਉਹ ਮਰਿਆਦਾ ਕੀ ਹੈ? ਉਹ ਹੈ ਸਿੱਖੀ ਰੂਪੀ ਜੇ ਨਦੀ ਨੇ ਚੱਲਣਾ ਤੇ ਕਿਨਾਰੇ ਨੇ ਸੇਵਾ ਔਰ ਸਿਮਰਨ। ਦੋ ਕਿਨਾਰਿਆਂ ਦੇ ਦਰਮਿਆਨ ਸਿੱਖੀ ਚੱਲਦੀ ਹੈ, ਇੱਕ ਸੇਵਾ ਹੈ ਤੇ ਦੂਜਾ ਸਿਮਰਨ ਹੈ। ਅਗਰ ਨਦੀ ਇੱਕ ਕਿਨਾਰੇ ਨੂੰ ਤੋੜ ਕੇ ਉਹਦਾ ਪਾਣੀ ਉਛਾਲਾ ਮਾਰ ਕੇ ਤੇ ਮਰਿਆਦਾ ਨੂੰ ਤੋੜ ਕੇ ਕਿਨਾਰੇ ਨੂੰ ਤੋੜ ਕੇ ਬਾਹਰ ਨਿਕਲ ਗਿਆ, ਤੇ ਸੱਚ ਜਾਣਿਓ ਉਹ ਪਾਣੀ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚਦਾ। ਔਰ ਨੀਵੀਆਂ ਥਾਵਾਂ ਤੇ ਜਾ ਕੇ ਉਹ ਪਾਣੀ ਰੁਕਦਾ ਹੈ, ਔਰ ਜਿਹੜਾ ਪਾਣੀ ਰੁਕ ਜਾਂਦਾ ਨਾ, ਕੁਝ ਸਮੇਂ ਬਾਅਦ ਉਹ ਕਿਸੇ ਦੇ ਪੀਣ ਦੇ ਯੋਗ ਵੀ ਨਹੀਂ ਰਹਿ ਜਾਂਦਾ। ਕੁਝ ਸਮੇਂ ਬਾਅਦ ਉਹ ਪਾਣੀ ਵੀ ਸੁੱਕ ਜਾਂਦਾ, ਉਹਦੀ ਹੋਂਦ ਖਤਮ ਹੋ ਗਈ। ਇਸੇ ਤਰ੍ਹਾਂ ਹੀ ਜਿਹੜਾ ਜੀਵਨ ਸੇਵਾ ਤੇ ਸਿਮਰਨ ਦੇ ਦਰਮਿਆਨ ਵਿੱਚ ਚੱਲਦਾ ਹੈ, ਉਹ ਮੰਜ਼ਿਲੇ ਮਕਸੂਦ ਤੇ ਪਹੁੰਚੇਗਾ। ਫਿਰ ਮੰਜ਼ਿਲ ਕਿਹੜੀ ਹੈ? ਮੰਜ਼ਿਲ ਹੈ ਜੋ ਰੋਜ਼ ਪੜ੍ਹਦੇ ਹੋ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦਾਸ ਤੋਂ ਪਹਿਲਾਂ ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗੁਲਾਬ ਸਿੰਘ ਜੀ, ਜਿੱਥੇ ਉਹਨਾਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਾਇਆ, ਉੱਥੇ ਉਹ ਮਹਾਨ ਆਤਮਾ ਬਾਬਾ ਹਰਬੰਸ ਸਿੰਘ ਜੀ, ਉਹਨਾਂ ਦੇ ਜੀਵਨ ਨਾਲ ਸੰਬੰਧਿਤ ਬੜੇ ਭਾਵਪੂਰਤ ਵਿਚਾਰ ਆਪ ਜੀ ਨੂੰ ਸਰਵਣ ਕਰਾ ਕੇ ਗਏ ਨੇ। ਔਰ ਮੈਂ ਇਹ ਵੀ ਬੇਨਤੀ ਕਰਾਂ ਕਿ ਸਿੱਖ ਰੋਜ਼ ਅਰਦਾਸ ਵਿੱਚ ਇਹ ਸ਼ਬਦ ਵਰਤਦਾ ਕਿ ਸਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਹੇ ਵਾਹਿਗੁਰੂ, ਐਸੇ ਪਿਆਰਿਆਂ ਦਾ ਮੇਲ ਕਰਾ ਜਿਨ੍ਹਾਂ ਨੂੰ ਮਿਲਣ ਦੇ ਨਾਲ ਤੇਰਾ ਚੇਤਾ ਆ ਜਾਏ, ਤੇਰਾ ਨਾਮ ਚੇਤੇ ਆ ਜਾਏ। ਅਸਲ ਵਿੱਚ ਮਨੁੱਖ ਨਾਮ ਨਾਲੋਂ ਹੀ ਟੁੱਟਿਆ ਹੋਇਆ ਹੈ, ਮਨੁੱਖ ਸਿਮਰਨ ਨਾਲੋਂ ਟੁੱਟਿਆ ਹੋਇਆ ਹੈ। ਔਰ ਜੁੜਿਆ ਕਿਵੇਂ ਜਾਏ? ਜਦੋਂ ਕੋਈ ਰੱਬ ਦਾ ਪਿਆਰਾ ਮਿਲਦਾ ਹੈ, ਜਦੋਂ ਕਿਤੇ ਜੁੜੇ ਹੋਏ ਨਾਲ ਸਾਂਝ ਪੈਂਦੀ ਹੈ, ਤੇ ਗੁਰੂ ਸਵਾਰਿਓ ਉਹ ਦੂਜਿਆਂ ਨੂੰ ਵੀ ਜੋੜ ਦਿੰਦਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਇੱਕ ਬੜਾ ਪਿਆਰਾ ਸਿੱਖ ਜਿਨ੍ਹਾਂ ਦਾ ਨਾਮ ਸੀ ਭਾਈ ਪਾਰੋ, ਉਹਨਾਂ ਨੇ ਰੋਜ਼ ਆਉਣਾ ਦਰਸ਼ਨ ਕਰਨ ਵਾਸਤੇ। ਦਰਿਆ ਬਿਆਸ ਨੂੰ ਲੰਘ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਲਈ ਜਾਂਦੇ ਸਨ। ਪਰ ਇਤਿਹਾਸ ਦੇ ਪੰਨੇ ਦੱਸਦੇ ਨੇ ਕਿ ਭਾਈ ਪਾਰੋ ਜੀ ਕਦੇ ਕੋਈ ਬਚਨ ਨਹੀਂ ਸਨ ਕਰਦੇ, ਕੇਵਲ ਗੁਰੂ ਦਾ ਬਚਨ ਸੁਣਨ ਵਾਸਤੇ ਜਾਂਦੇ ਸਨ। ਮੈਨੂੰ ਮਾਫ ਕਰਿਆ ਜੇ,
ਅੱਜ ਤੇ ਅਸੀਂ ਗੁਰੂ ਦੀ ਗੱਲ ਸੁਣਨ ਲਈ ਘੱਟ ਆਉਂਦੇ ਹਾਂ, ਗੁਰੂ ਨੂੰ ਸੁਣਾਉਣ ਵਾਸਤੇ ਬਹੁਤੀਆਂ ਆਉਂਦੇ ਹਾਂ। ਪਰ ਰੱਬ ਦੇ ਪਿਆਰੇ ਗੁਰੂ ਦੀ ਗੱਲ ਨੂੰ ਗ੍ਰਹਿਣ ਕਰਦੇ ਨੇ, ਗੁਰੂ ਦੀ ਗੱਲ ਨੂੰ ਸੁਣਨ ਵਾਸਤੇ ਆਉਂਦੇ। ਰੋਜ਼ ਆਉਣਾ ਤੇ ਗੁਰੂ ਦੇ ਬਚਨ ਨੂੰ ਪੱਲੇ ਬੰਨ੍ਹ ਕੇ ਚਲੇ ਜਾਣਾ। ਇੱਕ ਦਿਨ ਭਾਈ ਪਾਰੋ ਜੀ ਨੇ ਬੇਨਤੀ ਕੀਤੀ ਤੇ ਕਹਿਣ ਲੱਗੇ, ਪਾਤਸ਼ਾਹ ਮੇਰਾ ਮਨ ਕਰਦਾ ਹੈ ਮੈਂ ਕੋਈ ਬਚਨ ਕਰਾਂ। ਤੇ ਖਿਆਲ ਕਰਿਓ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ? ਕਹਿੰਦੇ ਨੇ, ਭਾਈ ਪਾਰੋ ਮੈਂ ਤੇ ਤਰਸਨਾ ਕਿ ਤੂੰ ਵੀ ਕੋਈ ਬਚਨ ਕਰੇ, ਤੂੰ ਤੇ ਕਦੇ ਬੋਲਦਾ ਹੀ ਨਹੀਂ। ਕਿੰਨਾ ਕੁ ਪਿਆਰਾ ਸਿੱਖ ਹੋਵੇਗਾ ਜਿਹਦੇ ਸ਼ਬਦਾਂ ਨੂੰ, ਜਿਹਦੇ ਬਚਨਾਂ ਨੂੰ ਗੁਰੂ ਵੀ ਤਰਸਦਾ ਹੈ। ਭਾਈ ਪਾਰੋ ਧੰਨ ਭਾਗ ਕੁਝ ਬੋਲ। ਤੇ ਭਾਈ ਪਾਰੋ ਜੀ ਨੇ ਜੋ ਬਚਨ ਕਿਹਾ, ਕਹਿਣ ਲੱਗੇ, ਪਾਤਸ਼ਾਹ ਮੈਂ ਚਾਹਨਾ ਕਿ ਸਿੱਖ ਤੁਹਾਡੇ ਦਰਸ਼ਨ ਕਰਨ ਲਈ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ। ਕੋਈ 10 ਦਿਨਾਂ ਬਾਅਦ ਆਉਂਦਾ ਹੈ, ਕੋਈ ਮਹੀਨੇ ਬਾਅਦ ਆਉਂਦਾ ਹੈ, ਕੋਈ 2 ਮਹੀਨਿਆਂ ਬਾਅਦ ਆਉਂਦਾ ਹੈ, ਕੋਈ 6 ਮਹੀਨੇ ਬਾਅਦ ਆਉਂਦਾ ਹੈ। ਕੁਝ ਐਸੇ ਵੀ ਨੇ ਜਿਹੜੇ ਸਾਲ ਬਾਅਦ ਤੁਹਾਡਾ ਦਰਸ਼ਨ ਕਰਨ ਲਈ ਆਉਂਦੇ ਨੇ। ਪਰ ਮੇਰੇ ਮਨ ਦੀ ਇੱਕ ਰੀਝ ਹੈ ਕਿ ਇੱਕ ਦਿਨ ਐਸਾ ਰੱਖਿਆ ਜਾਏ ਜਦੋਂ ਸਾਰੇ ਸਿੱਖ ਇਕੱਠੇ ਹੋ ਕੇ ਆਉਣ ਔਰ ਤੁਹਾਡਾ ਦਰਸ਼ਨ ਕਰਨ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਪਾਰੋ ਇਹਦੇ ਨਾਲ ਕੀ ਹੋਵੇਗਾ? ਇਹਦੇ ਨਾਲ ਕੀ ਹੁੰਦਾ ਹੈ? ਤੇ ਭਾਈ ਪਾਰੋ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੀ, ਕਹਿਣ ਲੱਗੇ, ਦਾਤਾ ਜਦੋਂ ਇੱਕ ਦਿਨ ਸਾਰੇ ਸਿੱਖ ਇਕੱਠੇ ਹੋ ਕੇ ਆਉਣਗੇ ਨਾ, ਜਿੱਥੇ ਸਿੱਖ ਆਪਣੇ ਗੁਰੂ ਦਾ ਦਰਸ਼ਨ ਕਰਨਗੇ ਉੱਥੇ ਸਿੱਖ ਸਿੱਖਾਂ ਦਾ ਦਰਸ਼ਨ ਵੀ ਕਰ ਲੈਣਗੇ। ਸਿੱਖ ਸਿੱਖਾਂ ਦਾ ਦਰਸ਼ਨ ਵੀ ਕਰ ਲੈਣਗੇ। ਸਾਹਿਬ ਨੇ ਫਿਰ ਸਵਾਲ ਕਰ ਦਿੱਤਾ, ਭਾਈ ਪਾਰੋ ਫਿਰ ਕੀ ਹੋਵੇਗਾ? ਤੇ ਕਹਿਣ ਲੱਗੇ, ਪਾਤਸ਼ਾਹ ਜਿੱਥੇ ਸਿੱਖ ਨੂੰ ਗੁਰੂ ਕੋਲ ਬਹਿਣ ਦੀ ਜਾਚ ਆਏਗੀ ਨਾ, ਉੱਥੇ ਸਿੱਖ ਨੂੰ ਸਿੱਖ ਕੋਲ ਬਹਿਣ ਦੀ ਜਾਚ ਵੀ ਆ ਜਾਏਗੀ। ਪਾਤਸ਼ਾਹ ਜੁੜਿਆ ਹੋਇਆਂ ਨੂੰ ਵੇਖ ਕੇ ਜੁੜਨ ਦੀ ਪ੍ਰੇਰਣਾ ਮਿਲੇਗੀ। ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਦੀ ਸੰਗਤ ਕਰਾਂਗੇ ਤੇ ਦੂਜਿਆਂ ਨੂੰ ਵੀ ਇਹ ਪ੍ਰੇਰਣਾ ਮਿਲੇਗੀ, ਉਹ ਵੀ ਨਾਮ ਵਿੱਚ ਰੰਗੇ ਜਾਣਗੇ। ਉਸ ਵੇਲੇ ਫਿਰ ਇਹ ਵਿਸਾਖੀ ਦਾ ਤਿਉਹਾਰ ਸ਼ੁਰੂ ਕੀਤਾ ਗਿਆ ਸੀ ਸਿੱਖੀ ਅੰਦਰ, ਗੁਰੂ ਅਮਰਦਾਸ ਪਾਤਸ਼ਾਹ ਨੇ ਸ਼ੁਰੂ ਕੀਤਾ। ਕਹਿਣ ਤੋਂ ਭਾਵ ਕਿ ਐਸੇ ਰੱਬ ਦੇ ਪਿਆਰੇ ਮਿਲ ਜਾਣ ਤੇ ਉਹਨਾਂ ਨੂੰ ਉਹਨਾਂ ਦੇ ਮਿਲਾਪ ਦੇ ਨਾਲ ਹੀ ਜੀਵਨ ਵਿੱਚ ਤਬਦੀਲੀ ਆ ਜਾਂਦੀ ਹੈ। ਬਾਬਾ ਹਰਬੰਸ ਸਿੰਘ ਜੀ ਨੂੰ ਬਾਬਾ ਗੁਰਮੁਖ ਸਿੰਘ ਜੀ ਦਾ ਮਿਲਾਪ ਹੋ ਗਿਆ। ਨਾਮ ਵਿੱਚ ਰੰਗੇ ਹੋਏ ਸਨ, ਸੰਗਤ ਮਿਲ ਗਈ, ਜੀਵਨ ਵਿੱਚ ਤਬਦੀਲੀ ਆ ਗਈ, ਜੀਵਨ ਵਿੱਚ ਕ੍ਰਾਂਤੀ ਆ ਗਈ। ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਨਾ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਸੇਵਾ ਉਹਨਾਂ ਨੇ ਕਰਵਾਈ, ਜੋ ਵੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਆਪ ਜੀ ਨੇ ਭਾਈ ਸਾਹਿਬ ਤੋਂ ਸਰਵਣ ਕੀਤਾ ਔਰ ਨਾਮ ਬਾਣੀ ਦੇ ਨਾਲ ਵੀ ਜੋੜਦੇ ਰਹੇ। ਅੱਜ ਮੈਂ ਵੇਖਦਾ ਬਹੁਤੀ ਵਾਰੀ ਐਸਾ ਹੁੰਦਾ ਹੈ ਕਿ ਮਨੁੱਖ ਸੇਵਾ ਤੇ ਕਰਦਾ ਹੈ, ਪਰ ਸੇਵਾ ਕਰਨ ਤੋਂ ਬਾਅਦ ਦੂਜਿਆਂ ਨੂੰ ਗੁਰੂ ਨਾਲ ਘੱਟ ਜੋੜਦਾ ਤੇ ਆਪਣੇ ਨਾਲ ਬਹੁਤਾ ਜੋੜ ਲੈਂਦਾ। ਰੱਬ ਦੇ ਪਿਆਰੇ ਜਿਹੜੇ ਨੇ ਉਹ ਦੁਆਰ ਤੇ ਬਣਦੇ ਨੇ ਪਰ ਦੀਵਾਰ ਨਹੀਂ ਬਣਦੇ। ਪਰ ਅੱਜ ਬਹੁਤਾਤ ਐਸੀ ਹੈ ਕਿ ਉਹ ਦੀਵਾਰ ਬਣ ਕੇ ਬੈਠ ਜਾਂਦੇ ਨੇ ਕਿ ਅੱਗੇ ਜਾਣ ਦੀ ਲੋੜ ਨਹੀਂ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਸਾਹਿਬ ਜੀ ਦਾ ਪਾਵਨ ਬਚਨ ਹੈ, ਕਹਿੰਦੇ ਨੇ ਕਿ ਸਾਂਝ ਕਿਹਦੇ ਨਾਲ ਪਾਣੀ ਹੈ? ਪਾਤਸ਼ਾਹ ਕਹਿੰਦੇ ਨੇ, ਮਨ ਮੁਖ ਸਿਉ ਕਰ ਦੋਸਤੀ ਸੁਖ ਕੇ ਪੁੱਛੇ ਮਿੱਤ। ਕਹਿੰਦੇ ਨੇ ਪਿਆਰਿਆ, ਸਾਂਝ ਪਾਏਗਾ ਮਨਮੁਖਾਂ ਦੇ ਨਾਲ ਤੇ ਆਖੇ ਜੀਵਨ ਵਿੱਚ ਸੁੱਖ ਮਿਲ ਜਾਏ
ਕਹਿਣ ਲੱਗੇ ਤੇ ਸੁਪਨੇ ਵਿੱਚ ਵੀ ਕਿਤੇ ਨਾ ਯਾਦ ਕਰੀ, ਇਹ ਆਸ ਸੁਪਨੇ ਵਿੱਚ ਵੀ ਨਾ ਰੱਖੀ ਤੂੰ। ਮਨ ਮੁਖ ਸਿਉ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਤੇ ਪਾਤਸ਼ਾਹ ਫਿਰ ਕੀ ਕਰਨਾ ਹੈ? ਗੁਰਮੁਖ ਸਿਉ ਕਰ ਦੋਸਤੀ, ਕਹਿੰਦੇ ਨੇ ਗੁਰਮੁਖਾਂ ਦੇ ਨਾਲ ਸਾਂਝ ਪਾਈ, ਗੁਰਮੁਖਾਂ ਦੇ ਨਾਲ ਜਿਹੜੇ ਹਰ ਕੰਮ ਕਰਨ ਲੱਗਿਆਂ ਗੁਰੂ ਨੂੰ ਮੁੱਖ ਰੱਖਦੇ ਨੇ। ਪਰ ਇੱਕ ਗੱਲ ਪਾਤਸ਼ਾਹ ਜੀ ਨੇ ਹੋਰ ਕਹਿ ਦਿੱਤੀ, ਕਹਿਣ ਲੱਗੇ ਤੂੰ ਸਾਂਝ ਪਾਈ ਗੁਰਮੁਖਾਂ ਦੇ ਨਾਲ, ਪਰ ਆਪਣਾ ਚਿੱਤ ਉਹਨਾਂ ਨੂੰ ਵੀ ਨਾ ਦੇਈ। ਚਿੱਤ ਨਹੀਂ ਦੇਣਾ, ਫਿਰ ਕੀ ਕਰਨਾ? ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਕਹਿੰਦੇ ਨੇ ਆਪਣਾ ਚਿੱਤ ਗੁਰੂ ਦੇ ਚਰਨਾਂ ਵਿੱਚ ਜੋੜੀ, ਕਿਸੇ ਹੋਰ ਦੇ ਨਾਲ ਚਿੱਤ ਨਾ ਲਾਈ। ਠੀਕ ਹੈ, ਸੰਗਤ ਭਲਿਆਂ ਦੀ ਕਰੀ, ਪਰ ਆਪਣਾ ਚਿੱਤ ਗੁਰੂ ਨਾਲ ਲਾਈ। ਹੋਵੇਗਾ ਕੀ? ਗੁਰਮੁਖ ਸਿਉ ਕਰ ਦੋਸਤੀ, ਸਤਿਗੁਰ ਸਿਉ ਲਾਏ ਚਿੱਤ। ਕਹਿੰਦੇ ਨੇ ਸਤਿਗੁਰੂ ਦੇ ਨਾਲ ਚਿੱਤ ਜੋੜਨਾ ਹੈ। ਜੰਮਣ ਮਰਨ ਕਾ ਮੂਲ ਕੱਟੀਏ, ਤਾਂ ਸੁਖ ਹੋਵੀ ਮਿੱਤ। ਕਹਿੰਦੇ ਨੇ ਜਨਮ ਮਰਨ ਦਾ ਤੇਰਾ ਗੇੜ ਹੀ ਕੱਟਿਆ ਜਾਏਗਾ ਤੇ ਸੁੱਖ ਦੀ ਪ੍ਰਾਪਤੀ ਹੋਵੇਗੀ। ਚਿੱਤ ਆਪਣਾ ਗੁਰੂ ਦੇ ਨਾਲ ਜੋੜਨਾ। ਹੁਣ ਵੇਖੋ, ਮਿਲਿਆ ਤੇ ਹੈ ਰੱਬ ਦਾ ਪਿਆਰਾ ਬਾਬਾ ਅਮਰਦਾਸ ਨੂੰ ਵੀ। ਬਾਬਾ ਅਮਰਦਾਸ ਨੂੰ ਪ੍ਰੇਰਣਾ ਤੇ ਦੇ ਗਏ ਕਿ ਹੱਦ ਹੋ ਗਈ, ਮੈਂ ਇੱਕ ਨਗੁਰੇ ਦੇ ਹੱਥੋਂ ਪਾਣੀ ਪੀ ਲਿਆ। ਤੇ ਬਾਬਾ ਅਮਰਦਾਸ ਜਿਨ੍ਹਾਂ ਨੇ ਇੰਨੀ ਠੋਕਰ ਵੱਜੀ ਕਿ ਮੈਂ ਅਜੇ ਤੱਕ ਨਗੁਰਾ ਤੁਰਿਆ ਫਿਰਦਾ। ਅੰਮ੍ਰਿਤ ਵੇਲਾ ਹੋਇਆ ਤੇ ਬੀਬੀ ਅਮਰੋ, ਜਿਹੜੇ ਕਿ ਭਤੀਜਿਓ ਨੋ ਲੱਗਦੇ ਨੇ, ਬਾਣੀ ਪੈ ਪੜ੍ਹਦੇ ਸਨ। ਕੰਨਾਂ ਵਿੱਚ ਬਾਣੀ ਪਈ ਤੇ ਇੱਕਦਮ ਕਦਮ ਜਿਹੜੇ ਸਨ ਚੱਲ ਪਏ ਬੀਬੀ ਅਮਰੋ ਵਾਲੇ ਪਾਸੇ ਨੂੰ। ਸਹੀ ਪਿਆਰੇ ਮੇਲ ਜਿੰਨਾ ਮਿਲਿਆ, ਤੇਰਾ ਨਾਮ ਚਿਤਿਆ ਵੇ। ਹੁਣ ਮਲਾਪ ਹੋ ਗਿਆ, ਬਾਣੀ ਵਿੱਚ ਰੰਗੀ ਹੋਈ ਬੀਬੀ ਅਮਰੋ ਭਤੀਜਿਓ ਨੂੰ ਹੈ। ਹੱਥ ਜੋੜ ਕੇ ਕਿਹਾ ਸੀ, ਬੱਚੀਏ ਇਹ ਕਿਸ ਦੀ ਬਾਣੀ ਹੈ? ਇਹ ਤੂੰ ਕੀ ਪੜ੍ਹ ਰਹੀ ਹੈ ਜਿਹਦੇ ਨਾਲ ਮੇਰੇ ਅੰਦਰ ਨੂੰ ਟਿਕਾ ਮਿਲ ਗਿਆ, ਮੇਰੇ ਅੰਦਰ ਨੂੰ ਠੰਡ ਪੈ ਗਈ? ਤੇ ਕਿਹਾ ਸੀ, ਪਿਤਾ ਜੀ ਇਹ ਬਾਣੀ ਗੁਰੂ ਨਾਨਕ ਦੀ ਹੈ, ਮੈਂ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹੈ। ਬੱਚੀਏ ਮੈਂ ਉਹਨਾਂ ਨੂੰ ਮਿਲ ਸਕਦਾ? ਕਹਿਣ ਲੱਗੇ ਸਰੀਰ ਰੂਪ ਵਿੱਚ ਉਹ ਤੇ ਅੱਜ ਨਹੀਂ ਸੰਸਾਰ ਵਿੱਚ, ਪਰ ਉਹਨਾਂ ਦੀ ਥਾਂ ਤੇ ਦੂਸਰਾ ਜਾਮਾ ਪਿਤਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਫਰਾਜ਼ਮਾਨ ਨੇ। ਚੱਲ ਬੱਚੀਏ ਮੈਨੂੰ ਉਹਨਾਂ ਦੇ ਚਰਨਾਂ ਨਾਲ ਜੋੜ ਦੇ। ਤੇ ਬੇਨਤੀ ਕੀਤੀ, ਕਹਿਣ ਲੱਗੇ ਬੀਬੀ ਅਮਰੋ ਨੇ ਕਿਹਾ ਸੀ, ਪਿਤਾ ਜੀ ਤੁਸੀਂ ਤੇ ਇਸ ਤਰ੍ਹਾਂ ਪੈ ਗੱਲ ਕਰਦੇ ਹੋ ਜਿਵੇਂ ਅੱਜ ਤੱਕ ਤੁਸੀਂ ਮਿਲੇ ਨਾ ਹੋਵੋ। ਤੁਸੀਂ ਤੇ ਮੇਰੇ ਵਿਆਹ ਤੇ ਉਹਨਾਂ ਦੇ ਨਾਲ ਮਿਲਣੀ ਵੀ ਕੀਤੀ ਹੈ, ਤੁਹਾਡੀ ਤੇ ਕੁੜਮਾਚਾਰੀ ਹੈ। ਕਹਿਣ ਲੱਗੇ ਬੱਚੀਏ ਉਦੋਂ ਮੈਂ ਇੱਕ ਕੁੜਮ ਬਣ ਕੇ ਗਿਆ ਸਾਂ, ਪਰ ਹੁਣ ਮੈਂ ਇੱਕ ਸੇਵਕ ਬਣ ਕੇ ਜਾਣਾ ਚਾਹਨਾ, ਇੱਕ ਸੇਵਕ ਬਣ ਕੇ ਜਾਣਾ ਚਾਹਨਾ। ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ, ਕਹਿੰਦੇ ਨੇ ਖਾਧੀ ਸਾਧੂ ਤੋਂ ਚੋਟ ਤੇ ਸਮਝ ਆ ਗਈ, ਬਿਨਾ ਗੁਰੂ ਤੋਂ ਗਤੀ ਦੀ ਗੱਲ ਕੋਈ ਨਹੀਂ। ਸੁਣੀ ਬੀਬੀ ਤੋਂ ਬਾਣੀ ਤੇ ਬਾਣ ਵੱਜਾ,
पै गई सूझ निरशल है शल कोई नहीं। पांदी गंगा दा घर तो उठ तुरया, मन के बिना खंडूर तो हल कोई नहीं। वाहो दाही सतगुरां दी शरण आया, शरधावान कीती अज कल कोई नहीं। ये नहीं आख्या कि चलो कोई गल नहीं चले जावांगे, अजे बड़ा समा रहिंदा। अज तो मैं वेखदा कई बारी बेनती करिए ना कि तुसी अमृत छक लो, तो कहणगे जी अजे तो बड़ा समा रहिंदा, कोई नहीं छक लवांगे। मेरा गुरु तो यह आखदा है कि हम आदमी हाँ एक दमी मोहलत मौत ना जाना। पता नहीं है जिहड़ा श्वास एक आया अगों आउणा कि नहीं आउणा, पर बंदा कहता है कि नहीं अजे बड़ा समा रहिंदा है, कोई नहीं छक लवांगे। पता नहीं किहड़ा एफीडेविट लैके तुरया फिरदा है कि मेरा अजे बड़ा टाइम रहिंदा है। कई कहणगे जी बुढ़ेपे विच जाके नाम ही जपना है, होर की करना है। पर मैं बेनती करां, बुढ़ेपे विच ना ते सेवा ही हुंदी है ते ना सिमरन ही हुंदा जी, दोवां चों कुछ भी नहीं हुंदा। मेरे साहब जी बाणी विच फरमान करदे ने, भगत भीखण जी, नैनो नीर वहे तन खीना, अखां दे विचों पानी वगदा है। नैनो नीर वहे तन खीना, भय केस दुदवानी, रूदा कंठ शब्द ने उचरे, तब क्या करे पुरानी। कहते ने जदों गला भी कफ नाल भरिया होया, आवाज़ तेरी निकलनी नहीं, शब्द मूँह चों निकलने नहीं, फिर तू की जपेगा, फिर तेरे कोलों नहीं जपिया जाना। जदों समा हुंदा है ना, सियाणियां दा कथन है, कहते ने मनुख दे कोल जदों समा हुंदा है उदों इहदे कोल सूझ कोई नहीं हुंदी, पर जदों सूझ आउंदी है ना उदों समा ही कोई नहीं हुंदा। बाबा अमरदास दे कन्नां विच आवाज़ पई है ते हुण ऐसी खिच पई, सुनी बीबी तो बाणी ते बाण वज्जा, पै गई सूझ निरशल है शल कोई नहीं। पांदी गंगा दा घर तो उठ तुरया, मन के बिना खंडूर तो हल कोई नहीं। वाहो दाही सतगुरां दी शरण आया, शरधावान कीती अज कल कोई नहीं। ये नहीं आख्या कि कोई नहीं चले जावांगे। ते वेखो कमाल दी गल है कि जदों पहुंचे ना दरबार विच, गुरु अंगद दे महाराज जी सिंघासन ते बिराजमान ने। बाबा अमरदास जदों सामने गए ते हुण रिश्तेदारी है, कुड़माचारी है। स्वागत वजो गुरु अंगद दे महाराज जी संघासन तो उठे ते बाबा अमरदास नूं गलवकड़ी विच लैण लगे। ते शायर कहंदा है, सतगुर विच गलवकड़ी लैण लगे, पर बाबे आख्या चरना ते ढैण आया, दर वालिया दर ते थां दे दे, तेरा ही होके दर ते रहण आया। कहन लगे किरपा करो, मैं तुहाडे चरनां विच थां लैणी चाहना, मैनूं चरनां विच थां बख्शिश कर दिओ। गुरु सवारिओ, ते मेरे सतगुरु जी ने महान बख्शिश कर दिती, सेवा दे दिती। गागर लैके रोज जल लैके आउणा, रोज तुसी जल लैके आउणा दरियाए ब्यास तो। बाबा अमरदास जी 12 साल वो सेवा निभाते रहे, एक भी छुट्टी नहीं की। देखो सेवा का महात्म की है। 12 साल सेवा की, ते एक दिन ऐसा भी आ गया कि जदों रस्ते विच जुलाहे की खड्डी करके ठेडा लग्या, बाबा अमरदास जी
पानी समेत धरती ते गिर गए। पहुंचे दरबार विच ते जाके धन गुरु अंगद दे महाराज कोल बेनती की, पातशाह अज मैं डिग पिया सा, मैनू बख्श लिया जे, अज मैं रस्ते विच डिग पिया सा। ख्याल करियो, उस वेले गुरु अंगद दे महाराज कहन लगे, लियाओ सुंदर वस्त्र लैके आओ। बाबा अमरदास नू इशनान कराया, अज सुंदर वस्त्र पहनाए ते उच्ची थां सिंघासन ते बिठा दिता है। हैरान हो गए बाबा अमरदास ते कहन लगे, दाता हुण मन विच सोचदे ने कि 12 साल हो गए सेवा करदियां। अमरदास भी वही है, गागर भी वही है, धन गुरु अंगद दे महाराज भी वही ने, ते खंडूर साहब दी धरती भी वही है। पर अज किहड़ी नवीं गल होई? अज मैनू सोहणे वस्त्र पहना के इशनान करा के संघासन ते बिठा दिता। हाथ जोड़ के क्या दाता ये की? धन गुरु अंगद देव महाराज ने क्या कहन लगे, अमरदास आज तेरी सेवा सफल हो गई है। पातशाह सफल किवें हो गई? कहन लगे, अमरदास अज तू डिग पिया से। ख्याल करियो, अमरदास अज तू डिग पिया ते कहन लगे, महाराज तुसी इस दिन दी इंतजार विच सो कि मैं डिग पवां? ते धन गुरु अंगद दे महाराज ने कहा सी, अमरदास मैं ते चुकदा ही उन्हां नूं आ जिन्हां नूं डिगण दी जाच आ जाए। जिन्हां नूं अजे डिगना ही नहीं ना आया उन्हां नूं मैं कदे नहीं चुकदा। गुरु दे दर ते जिन्हां नूं डिगना आ गया, बाबा हरबंस सिंह उन्हां नूं गुरु दे दर ते डिगण दी जाच आ गई है। यही प्रेरणा गुरु नानक ने भी की सी। जिस दिन सुल्तानपुर नदी विच मारी सी ना चुभी, साथी सी भगीरथ काफी समा कपड़े लैके खड़ा रहा, पर जदों वेख्या कि गुरु नानक बाहर नहीं आए ते उस वेले कपड़े लए गुरु नानक दे ते चले गए भैन नानकी दे घर। भाई भगीरथ बड़े भरे हुए मन दे नाल जाके ते क्या सी कहन लगे, भैन आ लै अपने वीर दे कपड़े। ते भैन नानकी जी कहन लगे, भगीरथ कपड़े लैके आ गए, मेरा वीर किथे है? भाई भगीरथ दियां अखां विचों हंझुआं दी धारा वह तुरी। बड़े भरे मन नाल क्या सी, हथ जोड़ के कहन लगे, भैन ये जबान मेरी बड़ी छोटी आ, अज घटना बहुत वड्डी वापर गई। भगीरथ की होया? भैन जिस वीर नूं तू उस मालक कोलों बड़ियां अरदासां कर करके मंगिया सी ना, तेरा वीर अज नदी विच डुब गया। ते भैन नानकी जी हस पे, कहन लगे, भगीरथ मैं ते समझदा सा तू बड़ा सियाणा है, पर तू ते बड़ा भोला है। भैन नानकी जी कहन लगे, तू ते बड़ा भोला है, तेनू पता नहीं मेरा वीर कदे भी डुब नहीं सकता। कहन लगे, नहीं भैन मैं अपनी अखां नाल वेख्या, उन्हां नदी विच चुब्भी मारी, पता नहीं केड़ी बला पै गई, पर तेरा वीर अज बाहर नहीं हो आया, तेरा वीर नदी विच डुब गया। भैन नानकी फिर हस के कहन लगे, नहीं भगीरथ मेरा वीर कदे डुब नहीं सकता। एक गल याद रखिए, भैन नानकी केवल भैन नहीं, गुरु नानक दी सब तो पहली सिख भी भैन नानकी है। सब तो पहली सिख भैन नानकी है गुरु नानक दी।
ਤੇ ਸਿੱਖ ਉਹ ਹੀ ਹੁੰਦਾ ਜਿਹਨੂੰ ਗੁਰੂ ਤੇ ਪੂਰਨ ਭਰੋਸਾ ਹੋਵੇ, ਯਕੀਨ ਹੋਵੇ। ਜੇ ਭਰੋਸਾ ਨਹੀਂ ਤੇ ਸਿੱਖ ਕਾਹਦਾ? ਪੂਰਨ ਯਕੀਨ ਹੈ ਭੈਣ ਨਾਨਕੀ ਨੂੰ। ਕਹਿਣ ਲੱਗੇ ਤੂੰ ਬੜਾ ਭੋਲਾ ਹੈ, ਮੇਰਾ ਵੀਰ ਕਦੇ ਨਹੀਂ ਡੁੱਬ ਸਕਦਾ। ਜੇ ਕਿਤੇ ਡੁੱਬਿਆ ਵੀ ਹੈ ਨਾ ਤੇ ਕਿਸੇ ਨੂੰ ਤਾਰਨ ਦਾ ਬਹਾਨਾ ਕਰ ਰਿਹਾ ਹੋਣਾ। ਮੇਰਾ ਵੀਰ ਕਦੇ ਨਹੀਂ ਡੁੱਬ ਸਕਦਾ, ਉਹ ਤੇ ਡੁੱਬਿਆ ਨੂੰ ਤਾਰਨ ਆਇਆ, ਉਹ ਕਿਵੇਂ ਡੁੱਬ ਸਕਦਾ? ਤੇ ਜਦੋਂ ਤੀਸਰੇ ਦਿਨ ਗੁਰੂ ਨਾਨਕ ਮਹਾਰਾਜ ਜੀ ਬਾਹਰ ਆਏ, ਉੱਥੇ ਨਹੀਂ ਜਿੱਥੇ ਚੁੱਭੀ ਮਾਰੀ ਸੀ, ਨਹੀਂ, ਕਬਰਿਸਤਾਨ ਵਿੱਚ ਬੈਠੇ ਹੋਏ। ਨਾ ਕੋਈ ਹਿੰਦੂ ਨਾ ਮੁਸਲਮਾਨ, ਉੱਚੀ ਆਵਾਜ਼ ਵਿੱਚ ਕਹਿ ਰਹੇ ਨੇ। ਸੰਗਤਾਂ ਪਹੁੰਚੀਆਂ, ਜਾ ਕੇ ਚਰਨਾਂ ਤੇ ਮਸਤਕ ਰੱਖਿਆ ਤੇ ਹੱਥ ਜੋੜ ਕੇ ਕਿਹਾ ਸੀ, ਮਹਾਰਾਜ ਤੁਸੀਂ ਕਿੱਥੇ ਚਲੇ ਗਏ ਸੀ? ਖਿਆਲ ਕਰਿਓ, ਮਹਾਰਾਜ ਤੁਸੀਂ ਕਿੱਥੇ ਚਲੇ ਗਏ ਸੀ? ਕਹਿਣ ਲੱਗੇ ਮੈਂ ਆਪਣੇ ਮਾਲਕ ਨੂੰ ਮਿਲਣ ਗਿਆ ਸਾਂ, ਆਪਣੇ ਮਾਲਕ ਨੂੰ ਮੈਂ ਮਿਲਣ ਗਿਆ ਸਾਂ। ਪਰ ਮਹਾਰਾਜ ਤੁਸੀਂ ਤੇ ਡੁੱਬ ਗਏ ਸੀ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਹਾਂ ਭਲਿਓ, ਜਿਸ ਨੇ ਵੀ ਉਸ ਨੂੰ ਮਿਲਣਾ ਹੋਵੇ ਨਾ, ਉਹਨੂੰ ਪਹਿਲਾਂ ਡੁੱਬਣਾ ਹੀ ਪੈਂਦਾ ਜੇ। ਜਿਹੜਾ ਡੁੱਬ ਨਹੀਂ ਨਾ ਸਕਦਾ, ਉਹ ਕਦੇ ਮਿਲ ਵੀ ਨਹੀਂ ਸਕਦਾ। ਮਿਟਾ ਦੇ ਆਪਣੀ ਹਸਤੀ को, अगर कुछ मर्तबा चाहे दाना खाक में मिलकर गुलो गुलजार होता है। जिस दाने ने मिट्टी विच मिलन दा सुभाव नहीं अजे फड़िया, अंकुर बन के कदे जगत नूं खुशबोई नहीं दे सकता। पहला अपना आप मिटाना पैंदा है। आप गवाई है तां शौ पाई है, अवर कैसी चतराई। गुरु अगे अपना आपा समर्पित करना पएगा, फिर गुरु दे नाल सांझ बनदी है। फिर गुरु दी दसी हुई सिक्ख्या अनुसार चलना पैंदा है। सा सेवा कीती सफल है, जे सतगुर का मन मने। वो सेवा सफल है जिहदे विच गुरु दी प्रसन्नता भी मिल जाए। ते प्रसन्नता उहदे च मिलदी है जदों गुरु दे कहे अनुसार सिख चलेगा। गुरु कहा साकार कमावो, गुर की करनी काहे धावो। ये कदे ना वेखिए कि गुरु ने आख्या की है जां गुरु जो गुरु ने कीता की है, नहीं, ये वेखना कि गुरु ने आख्या की है। अगर ये वेखांगे कि गुरु ने कीता की है तो गुरु की खुशी नहीं मिलेगी। सिख ने यह वेखना कि गुरु ने आख्या की है। गुरु के कहे अनुसार जदों सिख सेवा करदा है, सिख सिमरन करदा है, फिर गुरु दियां खुशियां झोली विच पैंदियां ने। संसार विच आए हैं ते एक अदीब कहंदा है, वो कहंदे ने कि वो चाल चल कटे खुशी से जिंदगी तेरी, वो काम कर सब तुझे याद किया करे। कहंदे ने वो काम करिए कि पिछों भी कोई चंगे शब्दां नाल याद करे। उंज तां संसार विच आए ते चले गए, बहुत पहला भी आए, पर कुछ ऐसे अपनियां पैड़ां छड्ड के जांदे ने जिन्हां नूं फिर सदैवी याद किया जाता है। उन्हां विचों ने श्रीमान बाबा हरबंस सिंह जी। वो चाल चल कटे खुशी से जिंदगी तेरी, वो काम कर सब तुझे याद किया करे। जिस महफिल में भी हो तेरा ही जिक्र खैर, तेरा नाम भी लें तो अदब से लिया करे। कोई याद करे ते चंगे शब्दां दे नाल कि इन्हां ने जगत नूं बहुत कुछ दिता है। हुण ख्याल करियो, शरीर ते कदे भी किसी दा नहीं रहिंदा। जो उपजो सो बिनस है, परो आज के काल। मेरे साहबाणी विच कहंदे ने शरीर कदे सदीवी नहीं रहिंदा, अज है कल नहीं होवेगा। मिटे जिंदगी के निशान कैसे कैसे, जमी खा गई आसमां कैसे कैसे। बड़े वड्डे दिमागां वाले आए, संसार विच चले गए, पर गुरु सवारियो जिन्हां ने जगत नूं कुछ दिता है वो कदे नहीं जाते, वो सदीवी रहिंदे ने। उन्हां वास्ते मेरे पातशाह कहंदे ने, जन्म मरण दोहू में नाही,
जन पर उपकारी आए, जी दान दे भगती लैन, हर स्यों लैन मिलाए। ਉਹ ਕਿਰਪਾ ਕਰਕੇ ਹਰੀ ਦੇ ਨਾਲ ਮਿਲਾ ਦਿੰਦੇ ਨੇ, ਪਰ ਮਿਲਾ ਉਹ ਹੀ ਸਕਦਾ ਜਿਹੜਾ ਆਪ ਮਿਲਿਆ ਹੋਵੇ। ਜਿਹੜਾ ਆਪ ਜੁੜਿਆ ਉਹ ਹੀ ਦੂਜਿਆਂ ਨੂੰ ਜੋੜ ਸਕਦਾ ਹੈ, ਦੂਜਾ ਨਹੀਂ। ਰੱਬ ਦੇ ਪਿਆਰੇ ਉਹ ਸੇਵਾ ਵੀ ਕਰਦੇ ਨੇ ਤੇ ਨਾਲ ਸਿਮਰਨ ਵੀ ਕਰੀ ਜਾਂਦੇ ਨੇ। ਖਿਆਲ ਕਰਿਓ, ਆਮ ਤੌਰ ਤੇ ਨਾ ਮਨੁੱਖ ਕਹਿ ਦਿੰਦਾ ਜੀ ਮੇਰੇ ਕੋਲ ਤੇ ਟਾਈਮ ਹੀ ਕੋਈ ਨਹੀਂ, ਮੇਰੇ ਕੋਲ ਸਮਾਂ ਕੋਈ ਨਹੀਂ। ਸਿੱਖ ਨੂੰ ਇਹ ਹੁਕਮ ਹੈ ਕਿ ਅਸੀਂ ਸੇਵਾ ਵੀ ਕਰੀਏ ਤੇ ਸਿਮਰਨ ਵੀ ਕਰਨਾ ਹੈ ਹਰ ਵੇਲੇ। ਤੇ ਪੁੱਛਿਆ ਕਿ ਕਿਵੇਂ ਕੀਤਾ ਜਾ ਸਕਦਾ ਹੈ। ਹੁਣ ਗੁਰਬਾਣੀ ਦੇ ਵਿੱਚੋਂ ਜਦੋਂ ਅਸੀਂ ਵੇਖਾਂਗੇ, ਇੱਕ ਸਵਾਲ ਕਰਦੇ ਨੇ ਭਗਤ ਤਰਲੋਚਨ ਜੀ, ਭਗਤ ਨਾਮਦੇਵ ਜੀ ਤੇ ਕਹਿਣ ਲੱਗੇ ਨਾਮਦੇਵ ਮੈਂ ਤੇ ਵੇਖਿਆ ਤੂੰ ਹਰ ਵੇਲੇ ਕੰਮ ਹੀ ਕਰਦਾ ਰਹਿਣਾ, ਪਰ ਤੂੰ ਆਪਣਾ ਮਨ ਕਦੋਂ ਜੋੜੇਂਗਾ ਉਸ ਪਰਮੇਸ਼ਰ ਦੇ ਨਾਲ? ਆਪਣਾ ਮਨ ਵੀ ਉਹਦੇ ਨਾਲ ਜੋੜ। ਹੁਣ ਇੱਕ ਸਵਾਲ ਹੈ, ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਮਾ ਮਾਇਆ ਮੋਇਆ, ਕਹਿੰਦੇ ਨੇ ਨਾਮਦੇਵ ਤੂੰ ਤੇ ਮਾਇਆ ਵਿੱਚ ਹੀ ਮੋਇਆ ਗਿਆ। ਕਹੇ ਤਲੋਚਨ ਮੀਤ, ਕਾਏ ਛਿਪੋ ਸ਼ਾਇਲੇ, ਰਾਮ ਨਾ ਲਾਵੋ ਚੀਤ। ਕਹਿੰਦੇ ਨੇ ਹਰ ਵੇਲੇ ਤੂੰ ਤੇ ਅੰਮ੍ਰਿਤ ਹੀ ਰੰਗਦਾ ਰਹਿੰਦਾ, ਛਾਪਦਾ ਰਹਿੰਦਾ, ਆਪਣਾ ਚਿੱਤ ਕਦੋਂ ਜੋੜੇਂਗਾ ਰਾਮ ਦੇ ਨਾਮ ਵਿੱਚ? ਤੇ ਬੜਾ ਪਿਆਰਾ ਜਵਾਬ ਦਿੱਤਾ ਸੀ ਭਗਤ ਨਾਮਦੇਵ ਜੀ ਨੇ, ਨਾਮਾ ਕਹੇ ਤਲੋਚਨਾ, ਮੁਖ ਤੇ ਰਾਮ ਸਮਾਲ, ਹਾਥ ਪਾਵ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਕਹਿੰਦੇ ਨੇ ਹੱਥਾਂ ਪੈਰਾਂ ਦੇ ਨਾਲ ਕੰਮ ਵੀ ਕਰੀ ਜਾਈਦਾ, ਪਰ ਆਪਣਾ ਚਿੱਤ ਜਿਹੜਾ ਨਾ ਉਸ ਨਿਰੰਕਾਰ ਦੇ ਨਾਲ ਜੋੜ ਕੇ ਰੱਖੀਦਾ। ਚਿੱਤ ਉਸ ਮਾਲਕ ਦੇ ਨਾਲ, ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਦੋਵੇਂ ਕੰਮ। ਸਿੱਖ ਨੂੰ ਵੀ ਇਹ ਹੁਕਮ ਹੈ ਕਿ ਸਿੱਖਾ ਤੂੰ ਦੋਵੇਂ ਕੰਮ ਹੀ ਕਰਨੇ ਨੇ, ਤੂੰ ਸੇਵਾ ਵੀ ਕਰਨੀ ਹੈ, ਤੂੰ ਸਿਮਰਨ ਵੀ ਕਰਨਾ ਹੈ। ਦੇਖੋ ਇਹ ਜਿਹੜੀ ਵਰਨ ਵੰਡ ਹੋਈ ਸੀ ਨਾ, ਖੱਤਰੀ, ਬ੍ਰਾਹਮਣ, ਵੈਸ਼ ਤੇ ਸ਼ੂਦਰ, ਇਹ ਚਾਰ ਵਰਨ, ਇਹਨਾਂ ਦੀ ਵੰਡ ਹੋ ਗਈ। ਕਿਸੇ ਨੂੰ ਕਹਿ ਦਿੱਤਾ ਤੂੰ ਤੇ ਬਹੁਤ ਹੀ ਨਖਿੱਧ ਹੈ, ਕਿਸੇ ਨੂੰ ਕਹਿ ਦਿੱਤਾ ਨਹੀਂ ਇਹ ਤੇ ਬਹੁਤ ਹੀ ਉੱਤਮ ਹੈ, ਬ੍ਰਾਹਮਣ ਹੈ। ਪਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਕਿਉਂਕਿ ਤੁਸੀਂ ਨਾਲ ਜੋ ਖਾਲਸੇ ਦਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਹੀ ਭਾਈ ਸਾਹਿਬ ਜੀ ਕਹਿ ਰਹੇ ਸਨ, ਮੈਂ ਇੱਕੋ ਗੱਲ ਕਰਕੇ ਸਮਾਪਤੀ ਕਰਨੀ। ਗੁਰੂ ਸਾਹਿਬ ਜੀ ਨੇ ਮਹਾਨ ਕਿਰਪਾ ਕਰ ਦਿੱਤੀ ਤੇ ਆਪਣੇ ਸਿੱਖ ਨੂੰ ਖਾਲਸਾ ਸਜਾ ਕੇ ਨਾ, ਤੇ ਨਾਲ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਕਿ ਤੇਰੇ ਵਿੱਚੋਂ ਹੀ ਚਾਰੇ ਵਰਣ ਨਜ਼ਰ ਆਉਣਗੇ। ਇੱਕ ਖਾਲਸੇ ਦੇ ਵਿੱਚ ਹੀ ਚਾਰੇ ਵਰਣ। ਪੁੱਛਿਆ ਮਹਾਰਾਜ ਉਹ ਕਿਵੇਂ? ਕਹਿਣ ਲੱਗੇ ਜਦੋਂ ਮੇਰਾ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੇਗਾ, ਬਾਣੀ ਪੜ੍ਹੇਗਾ ਨਾ, ਤੇ ਵਾਹਿਗੁਰੂ ਮੰਤਰ ਦਾ ਜਾਪ ਕਰੇਗਾ, ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਉਹ ਬ੍ਰਾਹਮਣ ਹੈ। ਬ੍ਰਾਹਮਣ ਕੌਣ ਹੈ? ਜਿਨਨੇ ਬ੍ਰਹਮ ਨੂੰ ਪਹਿਚਾਨ ਲਿਆ। ਉਸ ਤੋਂ ਬਾਅਦ ਕਹਿੰਦੇ ਨੇ ਜਦੋਂ ਮੇਰਾ ਖਾਲਸਾ ਕਿਰਤ ਕਰੇਗਾ, ਕਿਰਤ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਖੇਤੀ ਕਰਦਾ ਹੈ, ਕੋਈ ਦੁਕਾਨ ਕਰਦਾ ਹੈ, ਤੇ ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਇਹ ਵੈਸ਼ ਹੈ। ਜਦੋਂ ਮੇਰਾ ਖਾਲਸਾ ਸੱਚ ਦੀ ਖਾਤਰ ਨਿਸ਼ਚੈ ਕਰ ਆਪਣੀ ਜੀਤ ਕਰੋ, ਮੇਰਾ ਖਾਲਸਾ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ,
ਦਾ ਵਚਨ ਪੱਲੇ ਬੰਨ੍ਹ ਕੇ ਤੁਰੇਗਾ, ਉਸ ਵੇਲੇ ਮੇਰਾ ਖਾਲਸਾ ਜਿਹੜਾ ਨਾ ਉਹ ਖੱਤਰੀ ਹੈ। ਉਸ ਵੇਲੇ ਖੱਤਰੀ ਹੈ। ਤੇ ਖੱਤਰੀ ਦਾ ਕੰਮ ਕੀ ਹੈ? ਮੈਦਾਨੇ ਜੰਗ ਵਿੱਚ ਜੂਝਣਾ। ਤੇ ਜਦੋਂ ਮੇਰਾ ਖਾਲਸਾ ਹੱਥ ਵਿੱਚ ਬੁਰਸ਼ ਲੈ ਕੇ ਤੇ ਸੰਗਤਾਂ ਦੇ ਜੋੜੇ ਝਾੜਦਾ, ਪਾਲਿਸ਼ ਕਰਦਾ, ਜਦੋਂ ਝਾੜੂ ਲੈ ਕੇ ਸੇਵਾ ਕਰਦਾ ਗੁਰੂ ਘਰ ਵਿੱਚ, ਉਸ ਵੇਲੇ ਉਹ ਜਿਹੜਾ ਮੇਰਾ ਖਾਲਸਾ ਹੈ ਨਾ, ਉਹਦੇ ਵਿੱਚ ਚੌਥਾ ਵਰਣ ਜਿਹੜਾ ਸ਼ੂਦਰ ਦਾ। ਸ਼ੂਦਰ ਕੌਣ ਹੈ? ਹੁਣ ਸ਼ੂਦਰ ਤੇ ਉਹਨੂੰ ਆਖਿਆ ਗਿਆ ਸੀ ਕਿ ਜਿਹੜੇ ਨੀਵੇਂ ਕੰਮ ਨੇ ਨਾ, ਉਹ ਜਿਨ੍ਹਾਂ ਕੋਲੋਂ ਕਰਾਏ ਜਾਂਦੇ ਸਨ, ਕਹਿ ਦਿੱਤਾ ਜੀ ਇਹ ਸ਼ੂਦਰ ਹੈ। ਮੇਰੇ ਸਾਹਿਬ ਨੇ ਕਿਹਾ ਨਹੀਂ, ਇਹ ਜਿਹੜੀ ਸੇਵਾ ਹੈ, ਜਦੋਂ ਮੇਰਾ ਖਾਲਸਾ ਸੇਵਾ ਕਰੇਗਾ, ਸਿਮਰਨ ਕਰੇਗਾ, ਮੇਰਾ ਖਾਲਸਾ ਗਰੀਬਾਂ ਦੀ ਬਾਂਹ ਫੜੇਗਾ, ਆਪਣੇ ਹੱਥੀਂ ਕਿਰਤ ਕਰੇਗਾ, ਇਹਦੇ ਵਿੱਚੋਂ ਇਹ ਚਾਰੇ ਵਰਣ ਜਿਹੜੇ ਨੇ ਉਹ ਝਲਕਣਗੇ। ਤਾਂ ਗੁਰੂ ਸਵਾਰਿਓ, ਇਹਨਾਂ ਮਹਾਂਪੁਰਸ਼ਾਂ ਦੇ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਆ, ਉਹਨਾਂ ਨੇ ਸੇਵਾ ਵੀ ਕੀਤੀ, ਉਹਨਾਂ ਨੇ ਸਿਮਰਨ ਵੀ ਕੀਤਾ, ਆਪ ਵੀ ਜੁੜੇ ਤੇ ਦੂਜਿਆਂ ਨੂੰ ਵੀ ਜੋੜਿਆ। ਤੇ ਮੈਂ ਧੰਨਵਾਦੀ ਹਾਂ ਮਾਨਯੋਗ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੇ ਇਹ ਉਦਮ ਉਪਰਾਲਾ ਕੀਤਾ ਕਿ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕੀਤਾ ਜਾਏ ਜਿਨ੍ਹਾਂ ਨੇ ਜਗਤ ਨੂੰ ਏਡੀ ਵੱਡੀ ਦੇਣ ਦਿੱਤੀ ਹੈ। ਔਰ ਆਗਾਜ਼ ਤੋਂ ਅੱਛਾ ਹੈ, ਅੰਜਾਮ ਵੀ ਅੱਛਾ ਹੀ ਹੋਗਾ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ। ਇਹ ਜੋ ਯਾਤਰਾ ਦਾ ਅੱਜ ਆਗਾਜ਼ ਹੋਇਆ ਹੈ, ਸਤਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਇਸ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜਨ। ਅਰਦਾਸ ਬੇਨਤੀ ਆਪ ਸਭ ਸੰਗਤਾਂ ਵੀ ਕਰਿਆ ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸਤਿਗੁਰੂ ਜੀ ਆਪ ਮੇਰ ਭਰਿਆ ਸਿਰ ਤੇ ਹੱਥ ਰੱਖ ਕੇ ਇਹ ਸੇਵਾ ਕਰਵਾ ਲੈਣ। ਆਪ ਸਭ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਟਾਈਮ ਟੀਵੀ ਚੜ੍ਹਦੀ ਕਲਾ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਬਖਸ਼ਿਸ਼ ਕੀਤਾ ਹੈ, ਉਹਨਾਂ ਦਾ ਵੀ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।